ਮੇਰੀ ਭੈਣ ਦਾ ਮੁੰਡਾ ਸ਼ਹਿਰ ਪੜ੍ਹਨ ਆਇਆ ਤਾਂ ਮੈਂ ਉਸ ਨੂੰ ਆਪਣੇ ਘਰ ਰੱਖ ਲਿਆ, ਕਿਉਂਕਿ ਮੈਂ ਘਰ ਵਿੱਚ ਇਕੱਲੀ ਰਹਿੰਦੀ ਸੀ। ਮੇਰੇ ਪਤੀ ਬਾਹਰ ਦੇਸ਼ ਗਏ ਸੀ। ਮੈਂ ਪਤੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹ ਮੰਨ ਗਏ। ਮੇਰੀ ਭੈਣ ਦਾ ਮੁੰਡਾ ਮੇਰਾ ਬਹੁਤਾ ਖਿਆਲ ਰੱਖਦਾ ਸੀ। ਬਾਜ਼ਾਰ ਵਿੱਚੋਂ ਕੁਝ ਲਿਆਉਣਾ ਹੁੰਦਾ ਤਾਂ ਲਿਆ ਦਿੰਦਾ। ਫਿਰ ਅਚਾਨਕ ਮੈਂ ਇੱਕ ਦਿਨ ਬਿਮਾਰ ਹੋ ਗਈ ਤਾਂ ਮੇਰੀ ਭੈਣ ਦਾ ਮੁੰਡਾ ਕਹਿੰਦਾ, ਤੁਸੀਂ ਆਰਾਮ ਕਰੋ। ਰਾਤ ਨੂੰ ਉਹ ਮੇਰੇ ਦੁੱਧ ਵਿੱਚ ਦਵਾਈ ਮਿਲਾ ਕੇ ਚਲਾ ਜਾਂਦਾ। ਜਦੋਂ ਮੈਂ ਸਵੇਰੇ ਉੱਠਦੀ ਤਾਂ ਮੈਨੂੰ ਬਹੁਤ ਆਰਾਮ ਮਿਲਦਾ। ਇੱਕ ਦਿਨ ਮੇਰੇ ਢਿੱਡ ਵਿੱਚ ਬਹੁਤ ਦਰਦ ਹੋ ਰਿਹਾ ਸੀ। ਡਾਕਟਰ ਨੇ ਕਿਹਾ ਤੁਸੀਂ ਪ੍ਰੈਗਨੈਂਟ ਹੋ। ਇਹ ਸੁਣ ਕੇ ਤਾਂ ਮੇਰੀ ਜਾਨ ਨਿਕਲ ਗਈ। ਮੈਂ ਹੈਰਾਨ ਹੋ ਕੇ ਡਾਕਟਰ ਦੀ ਸ਼ਕਲ ਦੇਖ ਰਹੀ ਸੀ, ਜੋ ਮੇਰੇ ਤੋਂ ਇੰਨਾ ਵੱਡਾ ਧਮਾਕਾ ਕਰ ਚੁੱਕੀ ਸੀ। ਮੇਰੇ ਸੋਚਣ ਤੇ ਸਮਝਣ ਦੀ ਸ਼ਕਤੀ ਖਤਮ ਹੋ ਚੁੱਕੀ ਸੀ। ਇਹ ਸਭ ਕਿਵੇਂ ਹੋ ਗਿਆ? ਮੈਂ ਡਾਕਟਰ ਦੀ ਗੱਲ ਤੇ ਯਕੀਨ ਨਹੀਂ ਕਰ ਰਹੀ ਸੀ। ਮੈਂ ਡਾਕਟਰ ਨੂੰ ਕਿਹਾ ਕਿ ਤੁਹਾਨੂੰ ਜ਼ਰੂਰ ਕੋਈ ਗਲਤਫਹਿਮੀ ਹੋਈ ਆ। ਮੈਨੂੰ ਸਿਰਫ ਪੇਟ ਦਰਦ ਦੀ ਸ਼ਿਕਾਇਤ ਆ। ਉਹ ਮੈਨੂੰ ਵੇਖ ਕੇ ਹੱਸਣ ਲੱਗੀ। ਉਹਨੇ ਮੇਰੇ ਸਾਹਮਣੇ ਰਿਪੋਰਟ ਰੱਖੀ ਤੇ ਕਹਿਣ ਲੱਗੀ, 3 ਸਾਲ ਤੋਂ ਤਾਂ ਤੁਸੀਂ ਮੇਰੇ ਤੋਂ ਇਸ ਚੀਜ਼ ਲਈ ਟਰੀਟਮੈਂਟ ਕਰਵਾ ਰਹੇ ਹੋ। ਹੁਣ ਤੁਹਾਨੂੰ ਰੱਬ ਨੇ ਖੁਸ਼ਖਬਰੀ ਸੁਣਾਈ ਹੈ ਤਾਂ ਤੁਹਾਨੂੰ ਖੁਸ਼ ਹੋਣਾ ਚਾਹੀਦਾ। ਤੁਹਾਨੂੰ ਹੁਣ ਯਕੀਨ ਕਰ ਲੈਣਾ ਚਾਹੀਦਾ ਕਿ ਤੁਸੀਂ ਪ੍ਰੈਗਨੈਂਟ ਹੋ। ਮੈਂ ਆਪਣੀ ਰਿਪੋਰਟ ਦੇਖ ਕੇ ਹੈਰਾਨ ਹੋ ਗਈ। ਮੈਨੂੰ ਪਤਾ ਨਹੀਂ ਸੀ ਕਿ ਮੇਰੀ ਜ਼ਿੰਦਗੀ 'ਚ ਇਹੋ ਜਿਹਾ ਭਿਆਨਕ ਮੋੜ ਵੀ ਆ ਜਾਵੇਗਾ। ਮੈਨੂੰ ਇਹ ਸੁਣ ਕੇ ਚੱਕਰ ਆਉਣ ਲੱਗੇ। ਮੇਰੇ ਵਿਆਹ ਨੂੰ 4 ਸਾਲ ਹੋ ਚੁੱਕੇ ਸੀ। ਮੇਰੇ ਪਤੀ ਦੀ ਨੌਕਰੀ ਪ੍ਰਦੇਸ਼ ਵਿੱਚ ਸੀ। ਉਹ ਸਾਲ 'ਚ ਬਸ ਕੁਝ ਕੁ ਮਹੀਨੇ ਹੀ ਘਰ ਆਉਂਦੇ ਸੀ ਤੇ ਉਸ ਟਾਈਮ ਮੇਰੀ ਤਮੰਨਾ ਸੀ ਕਿ ਮੈਂ ਉਸ ਦੌਰਾਨ ਪ੍ਰੈਗਨੈਂਟ ਹੋ ਜਾਵਾਂ ਤਾਂ ਕਿ ਮੇਰਾ ਦਿਲ ਬੱਚੇ ਨਾਲ ਲੱਗ ਜਾਵੇ। ਪਰ ਹਰ ਵਾਰ ਮੈਨੂੰ ਨਿਰਾਸ਼ਾ ਦਾ ਹੀ ਸਾਹਮਣਾ ਕਰਨਾ ਪੈਂਦਾ। ਪਰ ਹੁਣ ਤਾਂ ਉਹ ਪ੍ਰਦੇਸ਼ ਵਿੱਚ ਸੀ। ਮੈਂ ਡਾਕਟਰ ਨੂੰ ਕੁਝ ਨਹੀਂ ਕਿਹਾ ਤੇ ਰਿਪੋਰਟ ਫੜ ਕੇ ਮਰੇ ਹੋਏ ਕਦਮਾਂ ਨਾਲ ਬਾਹਰ ਆ ਗਈ। ਮੇਰੇ ਦਿਮਾਗ ਨੇ ਉਸ ਵਕਤ ਕੰਮ ਕਰਨਾ ਬਿਲਕੁਲ ਬੰਦ ਕਰ ਦਿੱਤਾ ਸੀ। ਇਹ ਕਿਵੇਂ ਹੋ ਸਕਦਾ ਸੀ ਕਿ ਮੈਂ ਮਾਂ ਬਣਨ ਵਾਲੀ ਹਾਂ? ਮੇਰੇ ਘਰ ਤੋਂ ਕਲੀਨਿਕ ਬੱਸ ਇੱਕ ਗਲੀ ਦੂਰ ਸੀ, ਪਰ ਮੈਨੂੰ ਆਪਣੇ ਕਦਮ ਇੰਨੇ ਭਾਰੀ ਲੱਗ ਰਹੇ ਸੀ ਜਿਵੇਂ ਮੇਰੇ ਮੋਢਿਆਂ 'ਤੇ ਬਹੁਤ ਭਾਰ ਹੋਵੇ। ਅਸੀਂ 2 ਹੀ ਜਾਣੇ ਸੀ ਘਰ ਵਿੱਚ, ਤੀਜਾ ਕੋਈ ਨਹੀਂ ਸੀ। ਮੈਂ ਤੇ ਵਿਜੇ। ਮੇਰਾ ਦਿਮਾਗ ਸੋਚਦੇ ਸੋਚਦੇ ਪੂਰਾ ਕਮਜ਼ੋਰ ਹੋ ਚੁੱਕਿਆ ਸੀ। ਕੀ ਸੋਚਦੀ ਕੀ ਨਹੀਂ। ਵਿਜੇ ਮੇਰਾ ਸਕਾ ਭਾਣਜਾ ਸੀ, ਮੇਰੀ ਵੱਡੀ ਭੈਣ ਦਾ ਮੁੰਡਾ। ਮੇਰੇ ਕਦਮ ਘਰ ਕੋਲ ਆ ਕੇ ਰੁਕ ਗਏ। ਮੈਨੂੰ ਲੱਗਿਆ ਕਿ ਮੈਂ ਕਲੀਨਿਕ ਤੋਂ ਇੱਥੇ ਤੱਕ ਆਉਣ ਲਈ ਮੇਰੇ ਬੇਜਾਨ ਸਰੀਰ ਨੂੰ ਕਿਸੇ ਲਾਸ਼ ਦੀ ਤਰ੍ਹਾਂ ਘੜੀਸ ਕੇ ਘਰ ਲੈ ਆਈ। ਮੈਂ ਆਉਂਦੇ ਹੀ ਡੋਰ ਬੈਲ ਵਜਾਈ। ਵਿਜੇ ਨੇ ਦਰਵਾਜ਼ਾ ਖੋਲ੍ਹਿਆ। ਮੈਂ ਘਰ ਦੇ ਅੰਦਰ ਚਲੀ ਗਈ। ਮੇਰੇ ਘਰ ਦੇ ਅੰਦਰ ਵੜਦੇ ਹੀ ਉਹ ਕਹਿਣ ਲੱਗਿਆ, ਅੱਜ ਤੁਸੀਂ ਇੰਨਾ ਲੇਟ ਹੋ ਗਏ। ਮੈਂ ਪਹਿਲਾਂ ਰੋਟੀ ਖਾਣ ਵੇਲੇ ਤੁਹਾਡਾ ਇੰਤਜ਼ਾਰ ਕਰਦਾ ਰਿਹਾ, ਫਿਰ ਮੇਰੇ ਤੋਂ ਭੁੱਖ ਸਹਿਣ ਨਹੀਂ ਹੋਈ, ਇਸ ਲਈ ਮੈਂ ਤਾਂ ਰੋਟੀ ਖਾ ਲਈ। ਉਹ ਮੇਰੇ ਨਾਲ ਬਹੁਤਾ ਗੱਲਾਂ ਕਰਦਾ। ਮੇਰੀ ਸਭ ਤੋਂ ਵੱਡੀ ਭੈਣ ਦਾ ਮੁੰਡਾ, ਜਿਹੜਾ ਪੜ੍ਹਾਈ ਤੇ ਜੌਬ ਦੇ ਸਿਲਸਿਲੇ 'ਚ ਸ਼ਹਿਰ ਆਇਆ ਸੀ ਤੇ ਪਿਛਲੇ ਕਈ ਮਹੀਨਿਆਂ ਤੋਂ ਮੇਰੇ ਨਾਲ ਰਹਿ ਰਿਹਾ ਸੀ। ਮਾਸੀ ਜੀ ਕਿੱਥੇ ਖੋ ਗਏ? ਵਿਜੇ ਦੀ ਆਵਾਜ਼ ਸੁਣ ਕੇ ਮੈਂ ਕਿਹਾ, ਕੁਝ ਨਹੀਂ, ਮੈਨੂੰ ਭੁੱਖ ਨਹੀਂ, ਮੇਰੇ ਸਿਰ ਵਿੱਚ ਦਰਦ ਹੋ ਰਿਹਾ, ਮੈਂ ਆਪਣੇ ਕਮਰੇ ਵਿੱਚ ਜਾ ਰਹੀ ਹਾਂ। ਮੈਂ ਇੰਨਾ ਕਹਿ ਕੇ ਆਪਣੇ ਕਮਰੇ ਵਿੱਚ ਚਲੀ ਗਈ ਤੇ ਰਿਪੋਰਟ ਦਰਾਜ਼ ਵਿੱਚ ਰੱਖ ਦਿੱਤੀ। ਮੈਂ ਸੋਚ ਕੇ ਪਰੇਸ਼ਾਨ ਹੋ ਚੁੱਕੀ ਸੀ ਕਿ ਮੇਰਾ ਭਾਣਜਾ ਸੀ, ਮੇਰੀ ਭੈਣ ਦਾ ਮੁੰਡਾ। ਮੈਂ ਉਹਦੇ ਬਾਰੇ ਇਹੋ ਜਿਹਾ ਸੋਚ ਵੀ ਨਹੀਂ ਸਕਦੀ ਸੀ। ਮੈਂ ਆਪਣੇ ਭੈਣ ਭਰਾਵਾਂ ਨਾਲੋਂ ਸਭ ਤੋਂ ਛੋਟੀ ਸੀ, ਸਨੇਹਾ ਸਭ ਤੋਂ ਵੱਡੀ। ਮੈਂ ਉਸ ਸਮੇਂ 10 ਸਾਲ ਦੀ ਸੀ ਜਦੋਂ ਸਨੇਹਾ ਦੇ ਘਰੇ ਵਿਜੇ ਹੋਇਆ। ਵਿਜੇ ਬਹੁਤ ਹੀ ਪੂਜਾ ਪਾਠ ਕਰਦਾ ਸੀ। ਮੈਂ ਉਸ ਦੇ ਚਰਿੱਤਰ 'ਤੇ ਸ਼ੱਕ ਵੀ ਨਹੀਂ ਕਰ ਸਕਦੀ ਸੀ। ਪਰ ਜਿਹੜੀ ਰਿਪੋਰਟ ਮੇਰੇ ਹੱਥ ਵਿੱਚ ਸੀ, ਮੇਰੇ ਸਾਰਾ ਸ਼ੱਕ ਵਿਜੇ 'ਤੇ ਹੀ ਜਾ ਰਿਹਾ ਸੀ। ਮੈਂ ਆਪਣਾ ਸਿਰ ਆਪਣੇ ਦੋਨਾਂ ਹੱਥਾਂ ਵਿੱਚ ਲੈ ਕੇ ਬੈਠ ਗਈ। ਮੈਨੂੰ ਯਾਦ ਆਉਣ ਲੱਗਿਆ, ਪਿਛਲੇ ਕਈ ਦਿਨਾਂ ਤੋਂ ਵਿਜੇ ਮੈਨੂੰ ਦੁੱਧ ਵਿੱਚ
ਕੋਈ ਦਵਾਈ ਦਿੰਦਾ ਜਿਸ ਨੂੰ ਖਾ ਕੇ ਮੈਂ ਗਹਿਰੀ ਨੀਂਦ ਵਿੱਚ ਸੌਂ ਜਾਂਦੀ ਹਾਂ। ਤੇ ਜਦੋਂ ਸਵੇਰੇ ਉੱਠਦੀ ਹਾਂ ਤਾਂ ਮੈਨੂੰ ਬਹੁਤ ਬੇਚੈਨੀ ਹੁੰਦੀ ਆ। ਕਿਤੇ ਮੈਨੂੰ ਵਿਜੇ ਨੀਂਦ ਦੀ ਦਵਾਈ ਤਾਂ ਨਹੀਂ ਦਿੰਦਾ। ਮੇਰੇ ਅੰਦਰ ਦੀ ਘੁਟਨ ਹੋਰ ਵੀ ਵੱਧਦੀ ਜਾ ਰਹੀ ਸੀ ਕਿ ਸੱਚੇ ਰਿਸ਼ਤੇ ਇੰਨੇ ਅੰਨੇ ਹੁੰਦੇ ਨੇ ਕਿ ਹਵਸ ਦੇ ਅੱਗੇ ਕੁਝ ਨਜ਼ਰ ਹੀ ਨਹੀਂ ਆਉਂਦਾ। ਮੈਂ ਉਸ ਦੀ ਮਾਸੀ, ਜਾਣੀ ਕਿ ਉਸ ਦੀ ਮਾਂ ਦੀ ਭੈਣ, ਮਤਲਬ ਮੈਂ ਤਾਂ ਮਾਂ ਹੀ ਹੋਈ ਉਸ ਦੀ। ਮੈਂ ਤਾਂ ਉਸ ਤੋਂ ਕੁਝ ਛਿਪਾਉਂਦੀ ਵੀ ਨਹੀਂ। ਕਿਵੇਂ ਉਹ ਮੇਰੇ ਬਾਰੇ ਇੱਦਾਂ ਸੋਚ ਸਕਦਾ? ਮੈਂ ਅੰਦਰੋਂ ਇੰਨੀ ਦੁਖੀ ਸੀ ਕਿ ਇਸ ਦਾ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਸੀ। ਮੈਨੂੰ ਯਾਦ ਆਉਣ ਲੱਗਿਆ ਕਿ ਜਦੋਂ ਉਹ ਬਚਪਨ ਵਿੱਚ ਛੋਟਾ ਜਿਹਾ ਹੁੰਦਾ ਸੀ, ਮੇਰੀ ਗੋਦੀ 'ਚ ਆ ਜਾਂਦਾ ਸੀ। ਆਪਣੀ ਤੋਤਲੀ ਜ਼ੁਬਾਨ ਨਾਲ ਮਾਸੀ ਮਾਸੀ ਕਹਿੰਦਾ ਹੁੰਦਾ ਸੀ। ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਉਹ ਨਵਾਂ ਕਾਲਜ ਪੜ੍ਹਨ ਲੱਗਾ ਸੀ। ਉਹ ਮੇਰਾ ਕੱਚਾ ਨਾਂ ਲੈ ਕੇ ਮੇਰੇ ਨਾਲ ਬਹੁਤ ਮਜ਼ਾਕ ਕਰਦਾ ਸੀ ਕਿ ਤੁਸੀਂ ਬਹੁਤ ਖੂਬਸੂਰਤ ਹੋ, ਤੁਹਾਡਾ ਹੋਣ ਵਾਲਾ ਪਤੀ ਬਹੁਤ ਹੀ ਲੰਮਾ ਤੇ ਗੁੱਸੇ ਵਾਲਾ, ਤੁਹਾਡੀ ਜੋੜੀ ਬਿਲਕੁਲ ਵੀ ਸੋਹਣੀ ਨਹੀਂ ਲੱਗਦੀ। ਉਹ ਹਰ ਵਕਤ ਮੇਰੇ ਨਾਲ ਮਜ਼ਾਕ ਕਰਦਾ ਰਹਿੰਦਾ ਤੇ ਮੈਂ ਵੀ ਉਸ ਦੇ ਨਾਲ ਘੁੰਮਦੀ ਰਹਿੰਦੀ। ਜਦੋਂ ਉਹ ਇੱਥੇ ਆਇਆ ਸੀ ਤਾਂ ਮੇਰੇ ਨਾਲ ਦੇਰ ਰਾਤ ਤੱਕ ਗੱਲਾਂ ਕਰਦਾ ਰਹਿੰਦਾ, ਹੱਸਦਾ ਰਹਿੰਦਾ ਅਤੇ ਮਜ਼ਾਕ ਵੀ ਕਰਦਾ ਰਹਿੰਦਾ। ਹੁਣ ਵੀ ਉਹ ਇਹੀ ਕਹਿੰਦਾ ਕਿ ਅੰਕਲ ਨੇ ਤਾਂ ਪ੍ਰਦੇਸ਼ ਵਿੱਚ ਦੂਜਾ ਵਿਆਹ ਕਰਵਾ ਲਿਆ ਹੋਣਾ, ਤਾਂ ਹੀ ਤਾਂ ਉਹ ਵਾਪਸ ਆਉਣ ਦਾ ਨਾਂ ਹੀ ਨਹੀਂ ਲੈਂਦੇ। ਹੁਣ ਮੈਂ ਉਸ ਨੂੰ ਗੁੱਸੇ ਨਾਲ ਘੂਰਦੀ ਤਾਂ ਉਹ ਹੱਸਣ ਲੱਗ ਪੈਂਦਾ। ਮੈਂ ਇਹਨਾਂ ਸੋਚਾਂ ਵਿੱਚ ਖੋਈ ਹੋਈ ਸੀ ਤਾਂ ਉਦੋਂ ਹੀ ਵਿਜੇ ਦਰਵਾਜ਼ਾ ਖੜਕਾ ਕੇ ਅੰਦਰ ਆਉਂਦਾ ਹੈ। ਹੁਣ ਵੀ ਉਸ ਦੇ ਹੱਥ ਵਿੱਚ ਦੁੱਧ ਦਾ ਗਲਾਸ ਤੇ ਦਵਾਈ ਸੀ। ਉਹ ਬੜੇ ਆਰਾਮ ਨਾਲ ਮੇਰੇ ਸਾਹਮਣੇ ਬੈਠ ਗਿਆ। ਉਹਦੇ ਬੈੱਡ 'ਤੇ ਬੈਠਦੇ ਹੀ ਮੈਂ ਡਰ ਗਈ ਤੇ ਥੋੜ੍ਹੀ ਪਿੱਛੇ ਹਟ ਗਈ, ਨਾ ਜਾਣੇ ਪਤਾ ਨਹੀਂ ਕੀ ਕਰ ਦੇਵੇ। ਇਹ ਗੱਲ ਸਹੀ ਵੀ ਸੀ ਜੋ ਡਾਕਟਰ ਤੋਂ ਸੁਣ ਕੇ ਆਈ ਸੀ। ਮੇਰੀ ਜਗ੍ਹਾ 'ਤੇ ਕੋਈ ਹੋਰ ਵੀ ਹੁੰਦਾ ਤਾਂ ਉਸ ਵਕਤ ਉਹ ਵੀ ਡਰ ਕੇ ਪਿੱਛੇ ਹਟ ਜਾਂਦਾ। ਉਹ ਮੈਨੂੰ ਐਵੇਂ ਡਰਿਆ ਹੋਇਆ ਦੇਖ ਹੈਰਾਨ ਹੋ ਗਿਆ। ਇੰਨਾ ਡਰ ਕਿਉਂ ਰਹੇ ਹੋ? ਸਭ ਠੀਕ ਤਾਂ ਹੈ? ਲਓ ਦੁੱਧ ਪੀ ਲਓ ਤੇ ਆਰਾਮ ਕਰ ਲਓ। ਮੈਂ ਉਹ ਗਲਾਸ ਉਹਦੇ ਹੱਥਾਂ 'ਚੋਂ ਲੈ ਕੇ ਸਾਈਡ 'ਤੇ ਰੱਖ ਦਿੱਤਾ ਕਿਉਂਕਿ ਮੈਂ ਜਾਣਦੀ ਸੀ ਉਹ ਮੇਰੇ ਕੋਲ ਬੈਠ ਕੇ ਆਫਿਸ ਦੀਆਂ ਗੱਲਾਂ ਕਰੇਗਾ। ਜਦੋਂ ਤੱਕ ਮੇਰੀਆਂ ਅੱਖਾਂ ਵਿੱਚ ਨੀਂਦ ਨਾ ਆ ਜਾਵੇ ਉਦੋਂ ਤੱਕ ਉਹ ਉੱਠ ਕੇ ਬਾਹਰ ਨਹੀਂ ਜਾਏਗਾ। ਉਹ ਮੈਨੂੰ ਥੋੜ੍ਹਾ ਗੁੱਸੇ ਵਿੱਚ ਦੇਖ ਕੇ ਡਰ ਗਿਆ ਅਤੇ ਥੋੜ੍ਹਾ ਹੈਰਾਨ ਵੀ ਹੋਇਆ। ਕੀ ਹੋਇਆ ਮਾਸੀ, ਤੁਹਾਡੀ ਸਿਹਤ ਤਾਂ ਠੀਕ ਆ? ਮੈਨੂੰ ਉਸ 'ਤੇ ਹੋਰ ਵੀ ਗੁੱਸਾ ਆਉਣ ਲੱਗਿਆ। ਮੇਰੇ ਸਾਹਮਣੇ ਉਹ ਕਿਵੇਂ ਡਰਾਮੇ ਕਰ ਰਿਹਾ ਸੀ, ਜਿਵੇਂ ਉਹ ਬਹੁਤ ਹੀ ਮਾਸੂਮ ਹੋਵੇ, ਅਣਜਾਣ ਹੋਵੇ। ਪਹਿਲਾਂ ਤਾਂ ਮੇਰਾ ਮਨ ਕੀਤਾ ਕਿ ਮੈਂ ਉਸ ਦੇ ਜ਼ੋਰ ਨਾਲ ਚਪੇੜ ਮਾਰਾਂ, ਫਿਰ ਉਸ ਦੇ ਸਾਹਮਣੇ ਰਿਪੋਰਟ ਕੱਢ ਕੇ ਰੱਖ ਦੇਵਾਂ ਤੇ ਕਹਾਂ, ਦੇਖ ਤੇਰੀ ਸ਼ਰਾਫਤ ਦਾ ਸਬੂਤ। ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦੇਵਾਂ। ਪਰ ਮੈਂ ਉਹਨੂੰ ਚਾਹੁੰਦੀ ਸੀ ਰੰਗੇ ਹੱਥੀਂ ਫੜਾਂ, ਨਹੀਂ ਤਾਂ ਉਹ ਮੁੱਕਰ ਜਾਵੇਗਾ। ਮੈਂ ਕਿਹਾ, ਮੇਰੇ ਸਿਰ ਵਿੱਚ ਦਰਦ ਹੋ ਰਿਹਾ ਤੇ ਮੈਨੂੰ ਨੀਂਦ ਵੀ ਆ ਰਹੀ ਆ, ਮੈਨੂੰ ਉਠਾਉਣ ਦੀ ਕੋਸ਼ਿਸ਼ ਨਾ ਕਰੀਂ। ਇੱਦਾਂ ਸੁਣ ਕੇ ਉਹ ਚੁੱਪ ਹੋ ਗਿਆ ਤੇ ਉੱਠ ਕੇ ਕਮਰੇ ਦੇ ਦਰਵਾਜ਼ੇ ਤੱਕ ਚਲਾ ਗਿਆ। ਤੁਸੀਂ ਆਰਾਮ ਕਰੋ ਤੇ ਦੁੱਧ ਜ਼ਰੂਰ ਪੀ ਲੈਣਾ। ਤੁਸੀਂ ਰੋਟੀ ਵੀ ਨਹੀਂ ਖਾਧੀ। ਉਹ ਮੈਨੂੰ ਦੁਬਾਰਾ ਦੁੱਧ ਪੀਣ ਲਈ ਕਹਿ ਕੇ ਚਲਾ ਗਿਆ। ਮੈਂ ਉਹ ਦੁੱਧ ਦਾ ਗਲਾਸ ਖਿੜਕੀ ਤੋਂ ਬਾਹਰ ਡੋਲ ਦਿੱਤਾ ਤੇ ਦਵਾਈ ਦਰਾਜ਼ ਦੇ ਅੰਦਰ ਰੱਖ ਦਿੱਤੀ। ਮੈਂ ਲਾਈਟ ਬੰਦ ਕਰਕੇ ਸੌਂ ਗਈ। ਹੁਣ ਮੈਨੂੰ ਉਸ ਟਾਈਮ ਦਾ ਇੰਤਜ਼ਾਰ ਸੀ ਕਿ ਕਦੋਂ ਵਿਜੇ ਆਵੇਗਾ। ਘੰਟਾ ਲੰਘ ਗਿਆ ਪਰ ਮੇਰੇ ਕਮਰੇ ਵਿੱਚ ਕੋਈ ਨਹੀਂ ਆਇਆ। ਮੈਂ ਉਸ ਦਾ ਇੰਤਜ਼ਾਰ ਕਰਦੀ ਰਹੀ, ਥੱਕ ਗਈ। ਮੈਨੂੰ ਨੀਂਦ ਵੀ ਆਉਣ ਲੱਗੀ ਸੀ। ਇਹ ਲਈ ਸੋਚਿਆ ਮੈਂ ਖੁਦ ਹੀ ਦੇਖ ਆਉਂਦੀ ਹਾਂ ਉਹ ਕੀ ਕਰ ਰਿਹਾ। ਮੈਂ ਉੱਠ ਕੇ ਆਪਣੇ ਕਮਰੇ ਵਿੱਚੋਂ ਬਾਹਰ ਨਿਕਲੀ। ਜਦੋਂ ਉਸ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਹ ਆਪਣੇ ਕਮਰੇ ਵਿੱਚ ਸੀ। ਮੈਂ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਆਪਣੇ ਕਮਰੇ ਵਿੱਚ ਆ ਗਈ। ਮੇਰੇ ਮਨ ਵਿੱਚ ਉਹ ਗੱਲ ਆਉਣ ਲੱਗੀ ਜਦੋਂ ਸੁਨੇਹਾ ਦਾ ਪਹਿਲੀ ਵਾਰ ਫੋਨ ਆਇਆ ਸੀ। ਉਹ ਕਹਿਣ ਲੱਗੀ ਕਿ ਵਿਜੇ ਸ਼ਹਿਰ 'ਚ ਨੌਕਰੀ ਕਰਨਾ ਚਾਹੁੰਦਾ ਹੈ, ਪਰ ਤੂੰ ਜਾਣਦੀ ਆ ਕਿ ਮੈਂ ਇਸ ਗੱਲ ਵਿੱਚ ਬਿਲਕੁਲ ਵੀ ਰਾਜ਼ੀ ਨਹੀਂ। ਉਸ ਨੂੰ ਹੋਸਟਲ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦੇ ਸਕਦੀ।
ਉੱਥੇ ਕਈ ਕਿਸਮ ਦੇ ਨੌਜਵਾਨ ਹੁੰਦੇ ਨੇ। ਮੇਰਾ ਵਿਜੇ ਸਿੱਧਾ ਸਾਦਾ, ਉਹ ਕਿਤੇ ਗਲਤ ਲੋਕਾਂ ਵਿੱਚ ਨਾ ਫਸ ਜਾਏ। ਜਿੱਥੇ ਮੁੰਡੇ ਰਹਿੰਦੇ ਹੋਣ ਉੱਥੇ ਸਭ ਤਰ੍ਹਾਂ ਦੀਆਂ ਬੁਰਾਈਆਂ ਹੁੰਦੀਆਂ। ਇਸ ਲਈ ਜੇ ਤੂੰ ਉਹਨੂੰ ਆਪਣੇ ਘਰ ਰੱਖ ਲਏ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ। ਮੈਂ ਉਹਨੂੰ ਹਾਂ ਕਰ ਦਿੱਤੀ ਕਿਉਂਕਿ ਵਿਜੇ ਮੇਰਾ ਸਕਾ ਭਾਣਜਾ ਸੀ। ਮੇਰਾ ਸਿਰ ਫਟਣ ਲੱਗ ਗਿਆ ਕਿਉਂਕਿ ਮੇਰਾ ਭਾਣਜਾ ਉਸ ਸਮੇਂ ਆਪਣੇ ਕਮਰੇ ਵਿੱਚ ਬੈਠ ਕੇ ਸਿਗਰਟ ਪੀ ਰਿਹਾ ਸੀ। ਉਹ ਇਸ ਗੱਲ ਤੋਂ ਅਣਜਾਣ ਸੀ ਕਿ ਮੈਂ ਉਸ ਨੂੰ ਸਿਗਰਟ ਪੀਂਦੇ ਨੂੰ ਦੇਖ ਲਿਆ ਸੀ। ਪਰ ਹੁਣ ਮੈਂ ਸੋਚਿਆ ਵਿਜੇ ਨੂੰ ਸਵੇਰੇ ਕਹਿ ਦਿਆਂਗੀ ਕਿ ਉਹ ਆਪਣੇ ਰਹਿਣ ਦਾ ਇੰਤਜ਼ਾਮ ਕਿਤੇ ਹੋਰ ਕਰ ਲਵੇ। ਮੈਂ ਹੁਣ ਉਸ ਨੂੰ ਆਪਣੇ ਘਰ ਨਹੀਂ ਰੱਖ ਸਕਦੀ। ਸਵੇਰੇ ਦਰਵਾਜ਼ਾ ਬੜੇ ਜ਼ੋਰ ਨਾਲ ਖੜਕਿਆ। ਮੈਂ ਉੱਠੀ ਅਤੇ ਜਦੋਂ ਦਰਵਾਜ਼ਾ ਖੋਲ੍ਹਿਆ ਸਾਹਮਣੇ ਦੇਖਿਆ ਤਾਂ ਵਿਜੇ ਮੈਨੂੰ ਬਹੁਤ ਗੁੱਸੇ ਨਾਲ ਦੇਖ ਰਿਹਾ ਸੀ। ਮਾਸੀ, ਤੁਸੀਂ ਦਰਵਾਜ਼ਾ ਕਿਉਂ ਬੰਦ ਕੀਤਾ ਸੀ? ਉਹਦਾ ਮੇਰੇ ਤੇ ਰੋਅਬ ਮਾਰਨਾ, ਮੈਨੂੰ ਵੀ ਉਹਦੇ ਤੇ ਥੋੜਾ ਗੁੱਸਾ ਆ ਗਿਆ ਸੀ। ਉਹ ਹੁੰਦਾ ਕੌਣ ਮੇਰੇ ਨਾਲ ਇਸ ਤਰ੍ਹਾਂ ਗੱਲ ਕਰਨ ਵਾਲਾ? ਸ਼ਾਇਦ ਉਸ ਨੂੰ ਤਕਲੀਫ ਇਸ ਗੱਲ ਦੀ ਸੀ ਕਿ ਮੈਂ ਉਸ ਦਾ ਰਸਤਾ ਬੰਦ ਕਰ ਦਿੱਤਾ ਸੀ। ਜਿਹੜਾ ਗੁਨਾਹ ਉਹ ਮੇਰੇ ਨਾਲ ਕਰ ਰਿਹਾ ਸੀ, ਇਸ ਕਰਕੇ ਉਹ ਮੇਰੇ ਨਾਲ ਗੁੱਸੇ ਵਿੱਚ ਇਹ ਗੱਲ ਕਰ ਰਿਹਾ ਸੀ। ਮੈਂ ਕਿਹਾ, ਤੂੰ ਹੁੰਦਾ ਕੌਣ ਹੈ ਮੈਨੂੰ ਇਹ ਸਭ ਪੁੱਛਣ ਵਾਲਾ? ਉਹ ਮੈਨੂੰ ਗੁੱਸੇ ਵਿੱਚ ਦੇਖ ਕੇ ਥੋੜਾ ਹੈਰਾਨ ਹੋ ਗਿਆ ਤੇ ਪਿਆਰ ਨਾਲ ਬੋਲਿਆ ਕਿ ਮਾਸੀ ਜੀ, ਰਾਤ ਤੁਹਾਡੀ ਤਬੀਅਤ ਠੀਕ ਨਹੀਂ ਸੀ। ਮੈਨੂੰ ਤੁਹਾਡੀ ਫਿਕਰ ਹੋ ਰਹੀ ਸੀ। ਮੈਂ ਕਦੋਂ ਦਾ ਦਰਵਾਜ਼ਾ ਖੜਕਾ ਰਿਹਾ ਸੀ ਪਰ ਤੁਸੀਂ ਜਵਾਬ ਨਹੀਂ ਦਿੱਤਾ। ਮੈਨੂੰ ਉਸ ਦੀ ਝੂਠੀ ਫਿਕਰ ਅਤੇ ਦਿਖਾਵੇ ਦੀ ਪਰੇਸ਼ਾਨੀ ਨੂੰ ਦੇਖ ਕੇ ਬਹੁਤ ਗੁੱਸਾ ਆਇਆ। ਮੈਂ ਕਿਹਾ, ਤੈਨੂੰ ਮੇਰੀ ਫਿਕਰ ਕਰਨ ਦੀ ਕੋਈ ਲੋੜ ਨਹੀਂ। ਤੇਰੇ ਆਉਣ ਤੋਂ ਪਹਿਲਾਂ ਵੀ ਮੈਂ ਇਕੱਲੀ ਹੀ ਰਹਿੰਦੀ ਸੀ। ਜਲਦੀ ਤੋਂ ਜਲਦੀ ਆਪਣੇ ਰਹਿਣ ਦਾ ਇੰਤਜ਼ਾਮ ਕਰ ਲੈ। ਉਸਨੇ ਕੋਈ ਜਵਾਬ ਨਹੀਂ ਦਿੱਤਾ ਪਰ ਚਿਹਰੇ ਤੋਂ ਪਰੇਸ਼ਾਨ ਜ਼ਰੂਰ ਲੱਗ ਰਿਹਾ ਸੀ। ਮੈਂ ਇਹ ਕਹਿ ਕੇ ਕਿਚਨ ਵਿੱਚ ਚਲੀ ਗਈ। ਕਿਚਨ ਵਿੱਚ ਰੋਟੀ ਬਣਾ ਰਹੀ ਸੀ ਤਾਂ ਪਿੱਛੋਂ ਆ ਕੇ ਮੇਰੀਆਂ ਕਿਸੇ ਨੇ ਅੱਖਾਂ ਬੰਦ ਕਰ ਲਈਆਂ। ਮੈਨੂੰ ਲੱਗਿਆ ਵਿਜੇ ਹੀ ਹੋਊ। ਮੈਂ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸਨੇ ਮੇਰੇ ਮੂੰਹ ਉੱਪਰ ਹੱਥ ਰੱਖ ਲਿਆ। ਜਦੋਂ ਅੱਖਾਂ ਖੋਲ੍ਹ ਕੇ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ ਕਿਉਂਕਿ ਉਹ ਮੇਰਾ ਪਤੀ ਸੀ। ਮੈਂ ਕਿਹਾ, ਅਨੂ, ਤੁਸੀਂ ਕਦੋਂ ਘਰ ਆਏ? ਉਹ ਵੀ ਮੈਨੂੰ ਬਿਨਾਂ ਦੱਸੇ ਹੱਸਣ ਲੱਗ ਪਏ ਤੇ ਕਹਿਣ ਲੱਗੇ, ਮੈਂ ਤੈਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ। ਜਦੋਂ ਮੈਂ ਘਰ ਪਹੁੰਚਿਆ ਸੀ ਤਾਂ ਵਿਜੇ ਨੇ ਦਰਵਾਜ਼ਾ ਖੋਲ੍ਹ ਦਿੱਤਾ ਸੀ। ਉਸ ਨੂੰ ਪਤਾ ਸੀ ਕਿ ਮੈਂ ਆ ਰਿਹਾ। ਉਸ ਵਕਤ ਮੈਂ ਬਹੁਤ ਦੁਖੀ ਸੀ। ਇਸ ਲਈ ਮੈਂ ਅਨੂ ਦੇ ਗਲ ਲੱਗ ਕੇ ਬਹੁਤ ਰੋਈ। ਉਹ ਮੈਨੂੰ ਏਦਾਂ ਰੋਂਦਾ ਦੇਖ ਕੇ ਸਮਝੇ ਕਿ ਮੈਂ ਉਹਨਾਂ ਦੇ ਬਿਨਾਂ ਉਦਾਸ ਹੋ ਗਈ ਸੀ। ਪਰ ਹਕੀਕਤ ਤਾਂ ਮੈਂ ਜਾਣਦੀ ਸੀ ਕਿ ਮੇਰੇ ਤੇ ਕੀ ਬੀਤ ਰਹੀ ਸੀ। ਅੱਜ ਮੈਂ ਡਾਕਟਰ ਦੇ ਕੋਲ ਅਬੋਰਸ਼ਨ ਕਰਵਾਉਣ ਜਾਣਾ ਸੀ ਪਰ ਇਹ ਸਭ ਅਨੂ ਦੀ ਮੌਜੂਦਗੀ ਵਿੱਚ ਨਾਮੁਮਕਿਨ ਸੀ। ਮੈਂ ਇਹ ਸੋਚ ਕੇ ਪਰੇਸ਼ਾਨ ਸੀ ਕਿ ਅਨੂ ਨੂੰ ਕੀ ਬਹਾਨਾ ਲਾਵਾਂਗੀ। ਮੈਂ ਪਰੇਸ਼ਾਨੀ ਵਿੱਚੋਂ ਬਾਹਰ ਆ ਕੇ ਬੈਠ ਗਈ। ਉਧਰ ਵਿਜੇ ਵੀ ਰਸੋਈ 'ਚੋਂ ਖਾਣਾ ਲੈਣ ਆ ਗਿਆ ਤੇ ਮੈਨੂੰ ਦੇਖ ਕੇ ਹੱਸਣ ਲੱਗਾ ਤੇ ਕਿਹਾ, ਕਿਵੇਂ ਲੱਗਿਆ ਮਾਸੀ ਜੀ ਤੁਹਾਨੂੰ ਅੰਕਲ ਜੀ ਦਾ ਸਰਪ੍ਰਾਈਜ਼? ਮੈਂ ਉਸ ਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਕਿਹਾ, ਕਿੰਨਾ ਢੀਠ ਤੇ ਡਰਾਮੇਬਾਜ਼ ਇਨਸਾਨ, ਕਿੰਨਾ ਮਾਸੂਮ ਬਣਦਾ ਹੈ। ਤੈਨੂੰ ਸ਼ਰਮ ਨਹੀਂ ਆਉਂਦੀ? ਮੈਂ ਬਿਨਾਂ ਲਿਹਾਜ਼ ਕੀਤੇ ਜੋ ਮੂੰਹ ਆਇਆ ਕਹਿ ਦਿੱਤਾ। ਮੈਨੂੰ ਕਹਿਣ ਲੱਗਿਆ, ਕੀ ਕਹੀ ਜਾਂਦੇ ਹੋ ਮਾਸੀ? ਮੈਨੂੰ ਤੁਹਾਡੀ ਗੱਲ ਬਿਲਕੁਲ ਸਮਝ ਨਹੀਂ ਆ ਰਹੀ। ਮੈਂ ਅਜਿਹਾ ਵੀ ਕੀ ਕੀਤਾ ਜਿਹੜਾ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਗੱਲ ਕਰ ਰਹੇ ਹੋ? ਮੈਂ ਇਹ ਸੁਣ ਕੇ ਥੋੜਾ ਹੈਰਾਨ ਹੋਈ। ਆਪਣੇ ਕਮਰੇ ਵਿੱਚ ਗਈ ਤੇ ਅਨੂ ਸੌਂ ਰਹੇ ਸੀ। ਮੈਂ ਉਹ ਰਿਪੋਰਟ ਦਰਾਜ਼ ਵਿੱਚੋਂ ਕੱਢੀ ਤੇ ਵਿਜੇ ਕੋਲ ਆ ਕੇ ਉਸ ਦੇ ਮੂੰਹ ਤੇ ਮਾਰੀ। ਜਿਹੜੀ ਰਿਪੋਰਟ ਉਸ ਦੇ ਮੂੰਹ ਤੇ ਵੱਜ ਕੇ ਜ਼ਮੀਨ ਤੇ ਡਿੱਗ ਪਈ। ਮੈਂ ਕਿਹਾ, ਇਹ ਪੜ੍ਹ ਤੇ ਆਪਣੀ ਗੰਦੀ ਸ਼ਕਲ ਲੈ ਕੇ ਅਨੂ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਦਫਾ ਹੋ ਜਾ ਮੇਰੇ ਘਰੋਂ, ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਅਨੂ ਨੂੰ ਇਸ ਗੱਲ ਦੀ ਭਿਣਕ ਵੀ ਲੱਗੇ। ਵਿਜੇ ਨੇ ਜ਼ਮੀਨ ਤੋਂ ਚੁੱਕ ਕੇ ਉਹ ਰਿਪੋਰਟ ਖੋਲ੍ਹੀ। ਜਿਵੇਂ ਹੀ ਉਸਨੇ ਰਿਪੋਰਟ ਪੜ੍ਹੀ ਤਾਂ ਉਸਦੇ ਚਿਹਰੇ ਦਾ ਰੰਗ ਉੱਡ ਗਿਆ। ਉਸਦੇ ਚਿਹਰੇ ਤੇ ਹੈਰਾਨੀ ਛਾ ਗਈ। ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦਾ ਇੰਨੇ ਅਨੂ ਉੱਠ ਕੇ ਸਾਡੇ ਕੋਲ ਆ ਗਏ।
ਉਹ ਉਸਦੇ ਹੱਥ 'ਚੋਂ ਰਿਪੋਰਟ ਲੈ ਕੇ ਪੜ੍ਹਨ ਲੱਗੇ। ਉਹਨਾਂ ਨੂੰ ਦੇਖ ਕੇ ਮੇਰੀ ਤਾਂ ਜਾਨ ਹੀ ਤਣ ਨਾਲੋਂ ਅਲੱਗ ਹੋ ਗਈ। ਹੁਣ ਮੇਰਾ ਘਰ ਬਰਬਾਦ ਹੋ ਜਾਵੇਗਾ। ਅਨੂ ਤਾਂ ਹੁਣ ਮੈਨੂੰ ਤਲਾਕ ਦੇ ਦੇਣਗੇ। ਮੈਂ ਬੁਰੀ ਤਰ੍ਹਾਂ ਚੱਕਰ ਖਾ ਕੇ ਡਿੱਗ ਪਈ ਸੀ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਹਸਪਤਾਲ ਵਿੱਚ ਸੀ। ਮੈਨੂੰ ਬੋਤਲ ਲੱਗੀ ਸੀ। ਅਨੂ ਮੈਨੂੰ ਬੜੀ ਗੰਭੀਰਤਾ ਨਾਲ ਦੇਖ ਰਹੇ ਸਨ। ਅਨੂ, ਮੇਰਾ ਕੋਈ ਕਸੂਰ ਨਹੀਂ ਹੈ। ਵਿਜੇ ਮੈਨੂੰ ਨੀਂਦ ਦੀ ਦਵਾਈ ਦਿੰਦਾ ਸੀ। ਮੈਨੂੰ ਕੁਝ ਨਹੀਂ ਪਤਾ ਅਤੇ ਤੁਸੀਂ ਮੈਨੂੰ ਤਲਾਕ ਨਾ ਦਿਓ। ਮੈਂ ਤੁਹਾਡੇ ਬਿਨਾਂ ਨਹੀਂ ਰਹਿ ਪਾਵਾਂਗੀ। ਮੈਂ ਬਿਸਤਰ 'ਤੇ ਪਈ ਹੱਥ ਜੋੜ ਕੇ ਅਨੂ ਤੋਂ ਮਾਫ਼ੀ ਮੰਗ ਰਹੀ ਸੀ। ਅਨੂ ਮੇਰੇ ਕੋਲ ਆਏ। ਉਹਨਾਂ ਨੇ ਮੇਰੇ ਜੁੜੇ ਹੋਏ ਹੱਥਾਂ ਨੂੰ ਆਪਣੇ ਹੱਥਾਂ 'ਚ ਲਿਆ। ਉਹ ਕਹਿਣ ਲੱਗੇ, ਤੂੰ ਪਰੇਸ਼ਾਨ ਨਾ ਹੋ, ਮੈਂ ਤੈਨੂੰ ਨਹੀਂ ਛੱਡਾਂਗਾ ਤੇ ਤੂੰ ਪ੍ਰੈਗਨੈਂਟ ਨਹੀਂ ਆ। ਸ਼ਾਇਦ ਤੇਰੀ ਰਿਪੋਰਟ ਕਿਸੇ ਹੋਰ ਦੀ ਰਿਪੋਰਟ ਨਾਲ ਬਦਲ ਗਈ। ਨਾ ਹੀ ਤੂੰ ਗੁਨੇਗਾਰ ਆਂ ਤੇ ਨਾ ਹੀ ਵਿਜੇ। ਇਹੋ ਜਿਹਾ ਕੁਝ ਨਹੀਂ ਕੀਤਾ ਤੇ ਤੂੰ ਵੀ ਉਸਦੇ ਚਰਿੱਤਰ ਤੇ ਸ਼ੱਕ ਨਾ ਕਰ। ਇਹ ਸਭ ਰਿਪੋਰਟ ਬਦਲਣ ਕਾਰਨ ਹੋਇਆ। ਇਹ ਸਭ ਗਲਤਫਹਿਮੀ ਆ। ਮੇਰੀ ਨਜ਼ਰ ਜਦੋਂ ਵਿਜੇ ਤੇ ਪਈ ਤਾਂ ਉਹ ਰੋ ਰਿਹਾ ਸੀ। ਬਿਨਾਂ ਆਵਾਜ਼ ਕੀਤੇ ਹੰਝੂ ਬਹਾ ਰਿਹਾ ਸੀ। ਉਹ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਕਿ ਮਾਸੀ, ਤੁਸੀਂ ਸੋਚ ਵੀ ਕਿਵੇਂ ਲਿਆ ਮੈਂ ਤੁਹਾਡੇ ਨਾਲ ਐਵੇਂ ਕਰ ਸਕਦਾ। ਮੈਨੂੰ ਕਦੇ ਵੀ ਆਪਣੀ ਮਾਂ ਤੇ ਤੁਹਾਡੇ ਵਿੱਚ ਫਰਕ ਦਿਖਾਈ ਨਹੀਂ ਦਿੱਤਾ। ਮੈਂ ਤਾਂ ਕਿਸੇ ਗੈਰ ਕੁੜੀ ਵੱਲ ਅੱਖ ਚੱਕ ਕੇ ਵੀ ਨਹੀਂ ਦੇਖਿਆ। ਤੁਸੀਂ ਤਾਂ ਮੇਰੀ ਮਾਂ ਵਰਗੇ ਹੋ। ਮੈਂ ਉਹਨੂੰ ਕਹਿਣ ਲੱਗੀ, ਤੈਨੂੰ ਮੈਂ ਸਿਗਰਟ ਪੀਂਦੇ ਨੂੰ ਦੇਖਿਆ ਸੀ। ਉਹ ਕਹਿਣ ਲੱਗਿਆ, ਮੈਂ ਹਰ ਰੋਜ਼ ਨਹੀਂ ਸਿਗਰਟ ਪੀਂਦਾ, ਪਰ ਹਾਂ ਕਦੇ-ਕਦੇ ਆਪਣਾ ਕਮਰਾ ਬੰਦ ਕਰਕੇ ਸਿਗਰਟ ਪੀ ਲੈਂਦਾ ਹਾਂ। ਮੈਂ ਤੁਹਾਡਾ ਬਹੁਤ ਖਿਆਲ ਰੱਖਣਾ ਚਾਹੁੰਦਾ ਸੀ ਕਿਉਂਕਿ ਮੈਂ ਆਪਣਾ ਬਚਪਨ ਤੁਹਾਡੀ ਗੋਦੀ ਵਿੱਚ ਗੁਜ਼ਾਰਿਆ ਸੀ। ਜਿਵੇਂ ਮੈਂ ਆਪਣੀ ਮੰਮੀ ਦਾ ਖਾਣ ਪੀਣ ਤੇ ਦਵਾਈ ਦਾ ਖਿਆਲ ਰੱਖਦਾ ਸੀ, ਉਵੇਂ ਹੀ ਤੁਹਾਡਾ ਖਿਆਲ ਰੱਖਣਾ ਲੱਗਿਆ। ਜੇ ਮੈਨੂੰ ਪਤਾ ਹੁੰਦਾ ਤੁਹਾਨੂੰ ਮੇਰੀ ਵਜ੍ਹਾ ਨਾਲ ਤਕਲੀਫ ਹੋ ਰਹੀ ਆ ਤਾਂ ਮੈਂ ਕਦੋਂ ਦਾ ਇੱਥੋਂ ਚਲਿਆ ਜਾਂਦਾ। ਉਹ ਰੋ ਰੋ ਕੇ ਗੱਲਾਂ ਦੱਸ ਰਿਹਾ ਸੀ। ਇੱਕ ਗਲਤ ਰਿਪੋਰਟ ਨੇ ਮੈਨੂੰ ਸ਼ਰਮਿੰਦਾ ਕਰਕੇ ਰੱਖ ਦਿੱਤਾ। ਮੈਂ ਆਪਣੇ ਭਾਣਜੇ ਦੇ ਨਾਲ ਮੈਂ ਸੋਚਿਆ ਵੀ ਨਹੀਂ ਸੀ, ਪਰ ਮੇਰੇ ਦਿਮਾਗ ਵਿੱਚ ਇਹ ਖਿਆਲ ਵੀ ਨਹੀਂ ਆਇਆ ਕਿ ਕਦੇ-ਕਦੇ ਰਿਪੋਰਟ ਵੀ ਗਲਤ ਨਿਕਲ ਸਕਦੀ ਆ। ਮੈਂ ਸੋਚ ਰਹੀ ਸੀ ਕਿ ਕਾਸ਼ ਮੈਂ ਆਪਣੀ ਰਿਪੋਰਟ ਦੁਬਾਰਾ ਤੋਂ ਟੈਸਟ ਕਰਵਾ ਲਈ ਹੁੰਦੀ ਤਾਂ ਇਹ ਸਭ ਨਾ ਹੁੰਦਾ।